हम सब सुनने वाले बहन भाइयों को प्रभु यीशु का अनुग्रह बना रहे। ਅੱਜ ਅਸੀਂ ਮਤੀ ਚੈਪਟਰ 7 ਦੇ ਬਾਰੇ ਗੱਲ ਕਰਾਂਗੇ। ਮਤੀ 12 ਚੇਲਿਆਂ ਚੋਂ ਇੱਕ ਪ੍ਰਭੂ ਯੀਸ਼ੂ ਦਾ ਚੇਲਾ ਸੀ, ਜਿਹੜਾ ਪ੍ਰਭੂ ਯੀਸ਼ੂ ਦੇ ਨਾਲ ਰਿਹਾ। ਉਹਨੇ ਪ੍ਰਭੂ ਯੀਸ਼ੂ ਦੀ ਜੀਵਨੀ ਲਿਖੀ। ਅੱਜ ਉਹ ਸਾਨੂੰ ਕੀ ਦੱਸਦੇ ਨੇ ਕਿ ਪ੍ਰਭੂ ਨੇ ਕੀ ਕਿਹਾ, ਤਾਂ ਉਹ ਸਾਡੀ ਜ਼ਿੰਦਗੀ ਜਿਹੜੀ ਆ ਉਹ ਬਦਲ ਦੇਗਾ, ਜੇਕਰ ਅਸੀਂ ਉੱਤੇ ਵਿਸ਼ਵਾਸ ਕਰਕੇ ਉਹਨੂੰ ਆਪਣੀ ਅਮਲੀ ਰੂਪ ਜਾਮਾ ਉਹਨੂੰ ਪਹਿਨਾਉਂਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਦੂਸਰੋਂ ਪਰ ਦੋਸ਼ नहीं लगाना। दोष नहीं लगाओ जिससे तुम पर भी दोष ना लगाया जाए, क्योंकि जिस प्रकार तुम दोष लगाते हो उसी प्रकार तुम पर भी दोष लगाया जाएगा, और जिस नाप से तुम नापते हो उसी से तुम्हारे लिए नापा जाएगा। जब तुम्हें अपनी ही आँख के लट्ठे का पता नहीं, तो तुम अपने भाई बहन की आँख का तिनका क्यों देखते हो? जब तुम्हारी ही आँख में लट्ठा है, तो तुम अपने भाई बहन से कैसे कह सकते हो कि लो मैं तुम्हारी आँख का तिनका निकाल दूँ? ओ ढोंगी, पहले अपनी आँख का लट्ठा निकाल, तभी तू अपने भाई बहन की आँख से तिनका निकालने के लिए अच्छी तरह देख सकेगा। ਹੁਣ ਸਾਨੂੰ ਇਸ ਵਰਸ ਦੇ ਵਿੱਚ ਕੀ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੀਦਾ, ਔਰ ਸਾਰੇ ਨੁਕਸ ਜਿਹੜੇ ਸਾਡੇ 'ਚ ਕਮੀਆਂ ਨੇ, ਇੱਕ ਰੂਮ 'ਚ ਜਾ ਕੇ ਬੈਠੋ, ਆਪਣੇ ਦਿਮਾਗ ਦਾ, ਆਪਣੀਆਂ ਵਿਚਾਰਾਂ ਦਾ, ਆਪਣੇ ਥਾਟਸ ਦਾ ਇਹ ਸਾਰਾ ਵਿਸ਼ਲੇਸ਼ਣ ਕਰੋ ਕਿ ਮੈਂ ਕੀ ਚੀਜ਼ ਆ, ਮੇਰੇ 'ਚ ਕਿੱਥੇ ਨੁਕਸ ਆ। ਛੋਟੀ ਜਿਹੀ ਗੱਲ ਇੱਥੋਂ ਦੱਸਣਾ ਚਾਹੁੰਦਾ ਮੈਂ ਕਿ ਮੈਂ ਇੱਥੋਂ 2012 ਦੇ ਵਿੱਚ ਵਿਨੀਪੈਗ ਚਲੇ ਗਿਆ ਤੇ 2017 ਤੱਕ ਉੱਥੇ ਰਿਹਾ। ਮੈਂ 18 'ਚ ਇੱਥੇ 2018 'ਚ ਫਿਰ ਸਰੀ ਵਾਪਸ ਆਇਆ। ਤੇ ਇੱਕ ਤਾਂ ਉੱਥੇ ਮੌਸਮ ਜਿਹੜਾ ਸੀ ਬਹੁਤ ਠੰਡਾ ਸੀ, ਤੇ ਮੈਨੂੰ ਲੋਕ ਕਹਿੰਦੇ ਵੀ ਤੁਸੀਂ ਚਰਚ ਦੇ ਵਿੱਚ ਹੁਣ ਜੌਬ ਕਰਦੇ ਜੋ। ਤੇ ਮੈਂ ਉਹਨਾਂ ਨੂੰ ਗੱਲ ਦੱਸੀ ਕਿ ਅੱਜ ਕੱਲ੍ਹ ਮੈਂ ਆਪਣੇ ਆਪ ਨੂੰ ਦੇਖ ਰਿਹਾ, ਆਪਣੀ ਸਟੱਡੀ ਕਰ ਰਿਹਾ, ਤੇ ਉਹ ਸਾਰੀ ਬਾਈਬਲ ਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਤਬਦੀਲ ਕੀਤਾ। ਤੇ ਮੈਂ ਅੱਜ ਇਸ ਸਟੇਜ 'ਤੇ ਆਇਆ ਕਿ ਕੁਛ ਜ਼ਿਆਦਾ ਨਹੀਂ ਤੇ ਕੁਛ ਮੈਂ ਤੁਹਾਨੂੰ ਸਮਝਾ ਸਕਦਾ। ਸੋ ਸਭ ਤੋਂ ਪਹਿਲਾਂ ਆਪਣੇ ਨੁਕਸ ਕੱਢੋ। ਸਾਨੂੰ ਕਿਸੇ ਧਰਮ ਨੇ ਜਾਂ ਕਿਸੇ ਬੰਦੇ ਨੇ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਦੂਸਰਿਆਂ ਬੰਦਿਆਂ ਦੇ ਨੁਕਸ ਕੱਢੋ। ਹੁਣ ਇਹ ਚੀਜ਼ ਜਿਹੜੀ ਆ ਭੈਣ ਭਰਾਓ ਮੰਨ ਲਓ ਕਿ ਸਾਡੀ ਨੇਚਰ ਕੀ ਆ, ਸਿਨਫੁਲ ਨੇਚਰ। ਤਾਂ ਅਸੀਂ ਕਰਦੇ ਕੀ ਆ? ਅਸੀਂ ਸਾਰਾ ਦਿਨ ਦੂਸਰਿਆਂ ਦੇ ਨੁਕਸ ਛੋਟੇ ਤੋਂ ਛੋਟਾ ਵੀ ਲੱਭ ਕੇ ਤੇ ਉਹਨਾਂ ਨਾਲ ਡਿਸਕਸ ਕਰਕੇ ਤੇ ਉਸ ਰਿਸ਼ਤੇ ਨੂੰ ਦੂਰ ਕਰ ਦਿੰਦੇ ਆ। ਤੇ ਜੋ ਵੀ ਸਾਡਾ ਕੰਮ ਨਹੀਂ ਬਣਦਾ ਤੇ ਅਸੀਂ ਕੀ ਕਹਿੰਦੇ ਆ, ਇਹਦੇ ਕਾਰਨ ਕਰਕੇ ਮੇਰਾ ਕੰਮ ਨਹੀਂ ਬਣਿਆ। ਭੈਣੋ ਤੇ ਭਰਾਓ, ਇਸ ਚੀਜ਼ ਤੋਂ ਦੂਰ ਹੋ ਜਾਓ। ਸਿਰਫ ਤੇ ਸਿਰਫ ਆਪਣੇ ਆਪ ਨੂੰ ਦੇਖੋ ਤੇ ਉਹ ਕੰਮ ਜਿਹੜਾ ਵਾ ਦੂਜਿਆਂ ਦੇ ਨੁਕਸ ਕੱਢਣੇ ਛੱਡ ਦਿਓ, ਤੇ ਸਿਰਫ ਆਪ ਸੁਧਰ ਜਾਓਗੇ ਤੇ ਸਾਰਾ ਸੰਸਾਰ ਸੁਧਰ ਜਾਏਗਾ। ਨੋਟ ਕਰਨੀ ਗੱਲ ਹੈ ਕੀ ਆ ਕਿ ਇਸੇ ਤਰ੍ਹਾਂ ਹੀ ਸੰਸਾਰ ਬਣਦਾ ਤੁਹਾਡੇ ਤੇ ਮੇਰੇ ਨਾਲ। ਜੇਕਰ ਮੈਂ ਸਮਝਦਾ, ਫਿਰ ਤੁਸੀਂ ਸਮਝੇ, ਫਿਰ ਇੱਕ ਹੋਰ ਪ੍ਰਾਣੀ ਸਮਝਿਆ, ਤੇ ਸਾਰੇ ਸੰਸਾਰ ਜਿਹੜਾ ਉਹ ਤਬਦੀਲ ਹੋ ਜਾਏਗਾ ਤੇ ਪ੍ਰਭੂ ਜੀ ਦਾ ਵਾਸ ਸਾਡੇ ਹਿਰਦਿਆਂ 'ਚ ਰਹਿਣ ਲੱਗ ਪਏਗਾ। ਉਸ ਤੋਂ ਬਾਅਦ ਇਸ ਮਤੀ ਦੇ ਵਿੱਚ 7 ਸਾਨੂੰ ਕੀ ਦੱਸਿਆ ਗਿਆ ਕਿ ਅਪਵਿੱਤਰੀਕਰਨ
पवित्र वस्तुओं कुत्तों को मत दो और अपने मोती सूरों के सामने मत फेंको, कहीं ऐसा ना हो कि उन्हें अपने पैरों तले रौंदे और पलट कर तुम्हें ही फाड़ डाले। देखो गल ਇਹ ਆ, ਇੱਥੇ ਬੜੀ ਸਪਸ਼ਟ ਗੱਲ ਕੀਤੀ ਗਈ ਹੈ ਜੋ ਇਸ 'ਚ ਲਿਖਿਆ ਪਵਿੱਤਰ ਸ਼ਾਸਤਰ 'ਚ ਕਿ ਤੁਹਾਡੇ ਕੋਲ ਜੇਕਰ ਪਵਿੱਤਰ ਚੀਜ਼ਾਂ ਹੈਗੀਆਂ ਤੇ ਤੁਸੀਂ ਕਿਸੇ ਸਭਾ ਦੇ ਵਿੱਚ ਬੈਠੇ ਜੇ ਤੇ ਤੁਹਾਨੂੰ ਉਹ ਲੋਕ ਨਹੀਂ ਸੁਣਨਾ ਚਾਹੁੰਦੇ ਜਾਂ ਇੱਕ ਭੈਣ ਭਰਾ ਨਾਲ ਬੈਠੇ ਹੋ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤੇ ਤੁਸੀਂ ਕੀ ਕਰੋ, ਆਪਣਾ ਮੂੰਹ ਬੰਦ ਕਰ ਲਓ। ਤੇ ਪਰਮਾਤਮਾ ਨੇ ਸਾਨੂੰ ਇੱਕ ਇੱਥੇ ਸਿੱਖਿਆ ਦਿੱਤੀ ਆ ਜਿਹੜੀ ਸਾਨੂੰ ਅੰਦਰ ਹੀ ਗ੍ਰਹਿਣ ਰੱਖਣੀ ਆ, ਕਿਸੇ ਨਾਲ ਇਹ ਗੱਲ ਕਰਨੀ ਨਹੀਂ ਕਿ ਕੀ ਆ ਕਿ ਜੋ ਤੁਸੀਂ ਸਿੱਖਿਆ ਪਰਮਾਤਮਾ ਦੀ ਇਸ ਬੁੱਕ 'ਚੋਂ, ਬਾਈਬਲ 'ਚੋਂ, ਪਵਿੱਤਰ ਸ਼ਾਸਤਰ 'ਚੋਂ ਗ੍ਰਹਿਣ ਕੀਤੀ ਤੇ ਆਪਣੇ ਹਿਰਦੇ ਭਰਿਆ, ਉਹਨਾਂ ਦੇ ਨੂੰ ਨਹੀਂ ਦੱਸਣ ਦੀ ਲੋੜ। ਜਿੱਥੇ ਚਾਹ ਨਹੀਂ ਉੱਥੇ ਰਾਹ ਨਹੀਂ। ਇਸ ਕਰਕੇ ਇਸ ਗੱਲ ਨੂੰ ਕੀ ਕਰੋ ਕਿ ਆਪਣੀਆਂ ਕੀਮਤੀ ਸਮੇਂ ਮਤ ਵੇਸਟ ਕਰੋ, ਉਹ ਆਪਣੀਆਂ ਸਿੱਖਿਆਵਾਂ ਆਪਣੇ ਕੋਲ ਰੱਖੋ। ਸੋ ਇਸ ਚੀਜ਼ ਦੇ ਨਾਲ ਕੀ ਹੋਏਗਾ ਕਿ ਤੁਹਾਡਾ ਸਨਮਾਨ ਜਿਹੜਾ ਉਹ ਬਣਿਆ ਰਹੇਗਾ ਤੇ ਤੁਹਾਡੀ ਇੱਜ਼ਤ ਖਰਾਬ ਨਹੀਂ ਹੋਏਗੀ। ਸੋ ਥਰਡ ਚੀਜ਼ ਸਾਨੂੰ ਉਹਨੇ ਕੀ ਦੱਸੀ ਇਹਦੇ 'ਚ, ਪ੍ਰਾਰਥਨਾ ਕਾ ਪ੍ਰਭਾਵ, ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਤਾਂ ਉਹਦਾ ਕੀ ਅਸਰ ਹੁੰਦਾ। ਮੰਗੋ ਤਾਂ ਤੁਮੇ ਦਿਆ ਜਾਏਗਾ, ਢੂੰढोगे तो तुम पाओगे, ਖਟਖਟਾਓਗੇ ਤਾਂ ਤੁਹਾਡੇ ਲਈ ਖੋਲ੍ਹਾ ਜਾਏਗਾ। ਜਦੋਂ ਪ੍ਰਾਰਥਨਾ ਕਰਦੇ ਹਾਂ ਜਾਂ ਅਸੀਂ ਬਾਈਬਲ ਪੜ੍ਹਦੇ ਹਾਂ ਜਾਂ ਅਸੀਂ ਪ੍ਰਭੂ ਦੇ ਗੁਣਗਾਨ ਗੀਤ ਗਾਉਂਦੇ ਹਾਂ ਤੇ ਕੀ ਆ, ਤੇ ਉਸ ਤੋਂ ਬਾਅਦ ਪ੍ਰਾਰਥਨਾ ਕਰਨ 'ਚ ਅਸੀਂ ਕੁਝ ਪਰਮਾਤਮਾ ਦੇ ਕੋਲੋਂ ਸਾਰੇ ਭੈਣ ਭਰਾ ਮੰਗਦੇ ਹਾਂ, ਚਾਹੇ ਉਹ ਸੁੱਖ ਸ਼ਾਂਤੀ ਹੋਵੇ, ਚਾਹੇ ਤਰੱਕੀ ਹੋਵੇ, ਚਾਹੇ ਬਿਮਾਰੀ ਦੂਰ ਕਰਨੀ ਹੋਵੇ, ਐਨੀਥਿੰਗ ਮੇ ਬੀ। ਤਾਂ ਪਰਮਾਤਮਾ ਕੀ ਕਹਿੰਦਾ ਕਿ ਜੇਕਰ ਤੁਸੀਂ ਮੰਗੋਗੇ ਤੇ ਢੂੰढोगे ਤੇ ਮੇਰਾ ਦਰਬਾਰ ਖਟਖਟਾਓਗੇ तो तुम्हारे लिए खोला जाएगा तो आपको सारा कुछ दिया जाएगा, क्योंकि जो मांगता है उसे ही मिलता है, जो ढूंढता है वह ही पाता है, और जो खटखटाता है उसके लिए द्वार खोला जाता है। तुसी अपने घर च रहिंदे जो, जेकर कोई बाहर आया तो ਤੁਹਾਡਾ दरवाज़ा खटखटाएगा तो तुसी बाहर उठ के जाके दरवाज़ा खोलोगे तो उन्होंने देखोगे कि की करना, मैं ਉਹਨੂੰ भीतर लैके आना कि दरवाजे तो ही वापस कर देना। सो ये परमात्मा ने सानू किन्नी सोहनी गल दित्ती आ। ये भुल्लण वालियां गल्लां नहीं मेरे वीरो, इन्हां नू याद रखो। यदि तुम्हारा पुत्र तुमसे रोटी मांगे तो तुमसे ऐसा कौन पिता है जो उसे पत्थर देगा। ਅਸੀਂ ਆਪਣੇ ਪੁੱਤਰ ਤੋਂ ਸਾਡੇ ਕੋਲ ਚੀਜ਼ ਮੰਗਦਾ, ਸਾਡੀ ਕਪੈਸਿਟੀ ਹੋਵੇ ਜਾਂ ਨਾ ਹੋਵੇ, ਅਸੀਂ ਉਸ ਤੋਂ ਵਧੀਆ ਚੀਜ਼ ਉਹਨੂੰ ਲਿਆ ਕੇ ਦਿੰਦੇ ਹਾਂ ਕਿਉਂਕਿ ਉਹ ਸਾਡਾ ਪੁੱਤਰ ਆ। ਇੱਥੇ ਇੱਕ ਗੱਲ ਨੋਟ ਕਰਿਓ, ਅਸੀਂ ਵੀ ਉਸ ਪਰਮਾਤਮਾ ਦੇ ਪੁੱਤਰ ਆ ਜਿਹਦੇ ਕੋਲ ਕਿਸੇ ਚੀਜ਼ ਦੀ ਕਮੀ ਘਟੀ ਨਹੀਂ। ਤੁਸੀਂ ਜਦੋਂ ਦਾ ਦਰਵਾਜ਼ਾ ਖਟਖਟਾਓਗੇ, ਜੋ ਮੰਗੋਗੇ ਦਿੱਤਾ ਜਾਏਗਾ। ਸੋ ਇਸ ਕਰਕੇ ਇਹਦੇ 'ਚ ਥੋੜ੍ਹੀ ਜਿਹੀ ਐਗਜ਼ਾਮਪਲ ਦਿੱਤੀ ਪ੍ਰਭੂ ਜੀ ਦੇ ਇਹਨਾਂ ਸ਼ਬਦਾਂ ਦੇ 'ਚ ਕੀ ਲਿਖਿਆ, ਅਥਵਾ ਮਛਲੀ ਮੰਗੋ ਤਾਂ ਉਸੇ सांप देगा। कुछ बुरे पर भी यदि तुम अपने बच्चे को सहज ही अच्छी वस्तुएं देते हो तो तुम्हारा स्वर्गीय पिता अपने मांगने वाले को अच्छी वस्तुओं क्यों नहीं देगा। देखो जे साडे पुत्र ने कोई माड़ी चीज़ मंगी आ, की असी उन्होंने लिया के देवांगे? जे उन्हें चंगी चीज़ मंगी आ असी वधिया तो वधिया चीज़ देवांगे, कोई माड़ी चीज़ नहीं देंगे। सानू पता कि ਅਸੀਂ ਆਪਣੇ ਪੁੱਤਰ ਨੂੰ ਕੀ ਦੇਣਾ। ਇਸੇ ਤਰ੍ਹਾਂ ਸਾਡੇ ਪਿਤਾ ਨੂੰ ਕੀ ਆ, ਉਸ ਤੁਸੀਂ ਤੁਹਾਡੇ ਕੋਲ ਗਲਤੀ ਹੋ ਗਈ ਆ, ਤੁਸੀਂ ਘੱਟ ਮੰਗਿਆ ਤੇ ਪਰਮਾਤਮਾ ਨੇ ਤੁਹਾਨੂੰ ਵੱਧ ਦੇਣਾ ਤੇ ਉਹਨੇ ਆਪਣੇ ਸਹੀ ਸਮੇਂ ਦੇ ਉੱਤੇ ਰਾਈਟ ਟਾਈਮ ਦੇ ਵਿੱਚ ਤੁਹਾਨੂੰ ਕੀ ਕਰਨਾ, ਤੁਹਾਡੀ ਇੱਛਾ ਤੋਂ ਵੱਧ ਦੇ ਦੇਣਾ। ਸੋ ਪਰਮਾਤਮਾ ਇੰਨਾ ਸਾਨੂੰ ਪਿਆਰ ਕਰਦਾ। हर समय दूसरों के प्रति जैसा व्यवहार चाहते हो तुम भी उनके प्रति वैसा ही व्यवहार करो, क्योंकि व्यवस्था ग्रंथ और नबियों की ये शिक्षा है। ਇਹਦੇ 'ਚ ਬੜੀ ਸਪਸ਼ਟ ਇੱਕ ਗੱਲ ਦੱਸੀ ਗਈ ਹੈ ਸਾਡੇ ਲਈ
ਕੀ ਅਸੀਂ ਆਪਣੇ ਨਾਲ ਕੀ ਚਾਹੁੰਦੇ ਹਾਂ? ਕਦੀ ਵੀ ਤੁਸੀਂ ਇੱਕ ਮੈਨੂੰ ਗੱਲ ਦੱਸੋ ਕਿ ਮੇਰੀ ਕੋਈ ਬੇਇੱਜ਼ਤੀ ਕਰੇ, ਮੇਰੇ ਨਾਲ ਬੁਰਾ ਵਿਵਹਾਰ ਕਰੇ ਕਿਸੇ ਆਫਿਸ ਦੇ ਵਿੱਚ, ਜਾਂ ਕੋਈ ਮੇਰਾ ਦੋਸਤ ਜਾਂ ਕੋਈ ਮੇਰਾ ਰਿਸ਼ਤੇਦਾਰ? ਕਦੀ ਨਹੀਂ ਚਾਹਾਂਗੇ। ਸੋ ਇਸੇ ਤਰ੍ਹਾਂ ਹੀ ਪਰਮਾਤਮਾ ਕੀ ਕਹਿੰਦੇ ਆ ਕਿ ਤੂੰ ਵੀ ਸਭ ਦੇ ਨਾਲ ਬਹੁਤ ਸੋਹਣਾ ਵਿਵਹਾਰ ਕਰ। ਤੇ ਕੀ ਹੋਏਗਾ ਫਿਰ? ਕਿ ਤੁਹਾਡੇ ਨਾਲ ਵੀ ਸਦਾ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਸੁੰਦਰ ਤਰੀਕੇ ਨਾਲ ਰਹਿਣਗੇ, ਤੁਹਾਡੇ ਨਾਲ ਬਹੁਤ ਸੌਫਟਲੀ ਬੋਲਣਗੇ, ਤੁਹਾਡੇ ਨਾਲ ਵਿਹਾਰ ਕਰਨਗੇ, ਇੱਥੋਂ ਤੱਕ ਵੀ ਤੁਹਾਨੂੰ ਆਪਣੀਆਂ ਪਲਕਾਂ ਦੇ ਉੱਤੇ ਚੁੱਕ ਲੈਣਗੇ। ਕਿਉਂ? ਤੁਸੀਂ ਇੱਕ ਭਰੇ ਜੇ ਪਰਮਾਤਮਾ ਦੇ ਸ਼ਬਦਾਂ ਦੇ ਨਾਲ। ਪਰਮਾਤਮਾ ਦੇ ਸ਼ਬਦ ਇੰਨੇ ਵਧੀਆ ਨੇ ਕਿ ਹਰ ਇੱਕ ਬੰਦੇ ਨੂੰ ਉਹ ਇੱਜ਼ਤ ਹੀ ਦਿਵਾਉਂਦੇ ਨੇ। ਅੱਗੇ ਸਾਨੂੰ ਇਸ 7 ਵਿੱਚ, ਮਤੀ ਦੇ 7 ਵਿੱਚ ਕੀ ਦੱਸਿਆ? 2 ਮਾਰਗ ਨੇ ਸਾਡੀ ਜ਼ਿੰਦਗੀ ਦੇ ਵਿੱਚ। संकरे द्वार से प्रवेश करो, चौड़ा है वह फाटक और विस्तृत है वह मार्ग जो विनाश की ओर ले जाता है। उस पर चलने वालों की संख्या बड़ी है, किंतु संकरा है वह द्वार और संकीर्ण है वह मार्ग जो जीवन की ओर से जाता है, सो उसे पाते हैं उनकी संख्या थोड़ी है। प्रभु जी ने की किया कि ਜਦੋਂ ਇਹ ਸਾਨੂੰ ਸਮਝਾਉਂਦੇ ਨੇ, ਚਰਚ ਵਿੱਚ ਅਸੀਂ ਜਾਂਦੇ ਹਾਂ ਤੇ ਸਾਨੂੰ ਇਹ ਸਾਰੀਆਂ ਗੱਲਾਂ ਦੱਸਦੇ ਨੇ, ਅਸੀਂ ਆਪਣੇ ਆਪ ਨੂੰ ਉਹਦੇ ਪੁੱਛਦੇ ਹਾਂ ਕਿ ਕੀ ਅਸੀਂ ਇਸ ਮਾਰਗ ਤੇ ਜਿਹੜੀਆਂ 10 ਕਮਾਂਡਮੈਂਟਸ ਨੇ ਔਰ ਇਹਨਾਂ ਦੀਆਂ ਨੈਕਸਟ ਹੋਰ ਬਹੁਤ ਸਾਰੀਆਂ ਸਿੱਖਿਆਵਾਂ ਨੇ, ਕੀ ਅਸੀਂ ਇੱਥੇ ਪੂਰਾ ਉਤਰ ਸਕਦੇ ਹਾਂ? ਆਪਣੇ ਆਪ ਨੂੰ ਪੁੱਛਦੇ ਹਾਂ। ਇਹ ਆ ਸੰਕਰਾ ਦੁਆਰ। ਤੇ ਚੌੜਾ ਦੁਆਰ ਕੀ ਆ? ਜੋ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਜੀ ਰਹੇ ਹਾਂ। ਕਿਹੜੀ ਜ਼ਿੰਦਗੀ ਜੀ ਰਹੇ ਹਾਂ? ਨਾਰਮਲ ਲਾਈਫ ਜੋ ਅਸੀਂ ਬੈਪਟਿਜ਼ਮ ਤੋਂ ਪਹਿਲਾਂ ਜੀਂਦੇ ਸੀ। ਕੀ ਕਰਦੇ ਸੀ? ਸਾਰਿਆਂ ਭੈਣ ਭਰਾਵਾਂ ਨੂੰ ਪਤਾ, ਮੈਂ ਬੋਲ ਕੇ ਇਹਦੇ 'ਚ ਦੱਸਣਾ ਨਹੀਂ ਚਾਹੁੰਦਾ। ਹਰ ਆਦਮੀ ਦੀ ਲਾਈਫ ਆ ਕਿ ਉਹ ਕਿਸ ਤਰ੍ਹਾਂ ਬਤੀਤ ਕਰਦਾ, ਤੇ ਉਹ ਥੋੜ੍ਹਾ ਜਿਹਾ ਕੰਪੈਰੀਜ਼ਨ ਇਸ ਕਰਕੇ ਵੇਖ ਲਏ ਕਿ ਬਹੁਤ ਘੱਟ ਲੋਕ ਨੇ ਜਿਹੜੇ ਇਸ ਮਾਰਗ ਦੇ ਉੱਤੇ ਚੱਲਦੇ ਨੇ। ਬੈਪਟਿਜ਼ਮ ਵੀ ਲੈ ਲੈਂਦੇ ਨੇ, ਚਰਚ ਵੀ ਜਾਂਦੇ ਨੇ, ਪਰ ਫਿਰ ਵੀ ਭੈਣ ਭਰਾਓ ਕਿਤੇ ਆਪਣੇ ਆਪ ਨੂੰ ਇੱਕ ਕੁਐਸਚਨ ਕਰਿਓ ਅੰਦਰ, ਕੀ ਮੈਂ ਪ੍ਰਭੂ ਦੇ ਰਸਤੇ ਦੇ ਉੱਤੇ ਪਰਫੈਕਟ ਚੱਲ ਰਿਹਾ? ਬਸ ਇੰਨਾ ਹੀ ਕਾਫੀ ਆ। ਤੁਹਾਨੂੰ ਆਪੇ ਜਵਾਬ ਤੁਹਾਡੇ ਅੰਦਰੋਂ ਆ ਜਾਏਗਾ, ਤੁਹਾਨੂੰ ਸਮਝ ਲੱਗ ਜਾਏਗੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਤੇ ਦੂਸਰਾ ਵਾ ਉਹ ਬਹੁਤ ਵੱਡਾ ਮਾਰਗ ਆ ਖੁੱਲ੍ਹਾ, ਉਹਦੇ 'ਚ ਸਾਰੇ ਜਾਂਦੇ ਨੇ। ਇਸ ਮਾਰਗ 'ਤੇ ਜਾਣ ਵਾਸਤੇ ਇਸ ਚੀਜ਼ ਨੂੰ ਸਮਝਾਉਣਾ ਪੈਂਦਾ। ਜਿਸ ਦਿਨ ਤੁਸੀਂ ਇਸ ਸਮਝਾ ਲਿਆ ਇਸ ਮਨ ਨੂੰ ਤੇ ਦਿਮਾਗ 'ਚ ਗੱਲ ਪਾ ਲਈ, ਤਾਂ ਉਸ ਦਿਨ ਤੁਹਾਡੇ ਲਈ ਕੋਈ ਮੁਸ਼ਕਲ ਨਹੀਂ। ਸਿਰਫ ਇੰਨਾ ਹੀ ਆ ਕਿ ਇੱਕ ਵਾਰ ਭੈਣ ਭਰਾਓ ਇਸ ਚੀਜ਼ ਨੂੰ ਸਮਝਾਓ। ਮੇਰੀ ਬੇਨਤੀ ਆ ਕਿ ਆਪਣੇ ਆਪ ਨੂੰ ਇੰਨਾ ਨਮਰ ਕਰੋ ਜਿਸ ਤਰ੍ਹਾਂ ਪਰਮਾਤਮਾ ਨੇ, ਲਾਰਡ ਜੀਸਸ ਨੇ ਆਪਣੇ ਆਪ ਨੂੰ ਨਮਰਤਾ ਵਿੱਚ ਲਿਆਂਦਾ ਸੀ। ਅੱਜ ਕੱਲ੍ਹ ਦੇ ਬਾਰੇ ਥੋੜ੍ਹਾ ਜਿਹਾ ਉਹਦੇ 'ਚ ਲਿਖਿਆ ਕਿ ਝੂਠੇ ਨਬੀ ਜਿਹੜੇ ਨੇ, ਝੂਠੇ नबियों से सावधान रहो, वह भेड़ों के वश में तुम्हारे पास आते हैं, किंतु वह भीतर से खूंखार भेड़िए हैं। उनके फलों से तुम उन्हें पहचान जाओगे। क्या लोग कंटीली झाड़ियाँ से अंगूर या ऊंट कटारों से अंजीर तोड़ते हैं? इस तरह हर अच्छा पेड़ अच्छे फल देता है और बुरा पेड़ बुरे फल देता है। जो पेड़ अच्छा फल नहीं देता उसे काटा और आग में झोंक दिया जाता है। इसलिए उनके फलों से ही तुम उन्हें पहचान जाओगे। सो ये चीज़ सानू की दसी आ कि परमात्मा ने फलों के उत्ते एक गल पेड़ ते लाई आ कि जिहड़े फल पेड़ नहीं चंगे दिते, असी उन्होंने की कर दिंदे आ, उन्होंने कट के ते असी बालन दे विच लै आउंदे आ। सो जिहड़े ते चंगे ने सानू फ्रूट दिंदे, जिस तरह
ਅੰਬ ਦਿੰਦੇ, ਸੰਤਰਾ, ਅੰਗੂਰ। ਇਹ ਕੀ ਆ ਸਾਡੇ ਦੇ ਲਈ, ਸਾਡੇ ਸਿਹਤ ਲਈ ਇਹ ਸਭ ਤੋਂ ਵਧੀਆ ਫਰੂਟਸ ਨੇ। ਤੇ ਉਹਨਾਂ ਦੇ ਅਸੀਂ ਹੋਰ ਜਾ ਕੇ ਲਾਉਂਦੇ ਪੇੜ, ਕਿਸ ਕਰਕੇ ਕਿ ਇਹ ਬਹੁਤ ਵਧੀਆ ਨੇ ਤੇ ਉਹ ਅਸੀਂ ਖਾਂਦੇ ਹਾਂ ਤੇ ਉਹ ਕੀ ਕਰਦੇ ਆ ਸਾਡੇ ਅੰਦਰ ਜਾ ਕੇ, ਸਾਨੂੰ ਸ਼ਕਤੀ ਦਿੰਦੇ। ਸੋ ਇਸੇ ਤਰ੍ਹਾਂ ਹੀ ਬੰਦਿਆਂ ਦਾ ਦੇਖੋ ਕੀ ਚੀਜ਼ ਆ ਕਿ ਜਿਹੜੇ ਸਾਡੇ ਸੰਸਾਰ ਦੇ ਵਿੱਚ ਚੰਗੇ ਲੋਕ ਨੇ ਉਹਨਾਂ ਦੀ ਸੰਗਤੀ ਕਰੋ, ਉਹਨਾਂ ਸੱਚਿਆਂ ਲੋਕਾਂ ਦੇ ਆਦਰਸ਼ ਜਿਹੜੇ ਉਹ ਸਿੱਖਿਆਵਾਂ ਦਿੰਦੇ ਉਹਨਾਂ ਤੇ ਚੱਲੋ ਔਰ ਉਹਨਾਂ ਦੇ ਵਿੱਚ ਵਾਧਾ ਕਰੋ। ਕਿਸ ਤਰ੍ਹਾਂ? ਆਪ ਬਣ ਕੇ ਅੱਛੇ। ਸੋ ਇਹ ਚੀਜ਼ ਨੂੰ ਬੜਾ ਸੁੰਦਰ ਤੁਹਾਡੇ ਤਰੀਕੇ ਦੇ ਨਾਲ, ਇੱਕ ਮੇਰਾ ਬੜਾ ਹੀ ਖੁਸ਼ੀ ਹੁੰਦੀ ਮੈਨੂੰ ਕਿਸ ਤਰ੍ਹਾਂ ਕਿ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਸੀਂ ਅੱਛਾ ਫਲ ਲਿਆਓ। ਥੋੜ੍ਹੀ ਜਿਹੀ ਪਰਮਾਤਮਾ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਬਾਈਬਲ ਨੂੰ ਮੰਨਦੇ ਹਾਂ ਤੇ ਇਹਦੇ ਵਿੱਚ ਅੱਛੇ ਬਣਦੇ ਆ ਚੰਗੀ ਤਰ੍ਹਾਂ ਆਪਣੇ ਅੰਦਰੋਂ, ਉਦੋਂ ਪਰਮਾਤਮਾ ਸਾਡੇ ਨਾਲ ਪਿਆਰ ਬਹੁਤ ਕਰਦਾ ਜੇ ਤੇ ਸਾਨੂੰ ਡਾਂਟਦਾ ਵੀ ਜੇ, ਘਬਰਾਉਣਾ ਨਹੀਂ ਭੈਣ ਭਰਾਓ। ਤੇ ਸਾਡੀ ਉਹ ਕੀ ਕਰਦਾ, ਤੇ ਜਿਹੜਾ ਪਿਤਾ ਆਪਣੇ ਪੁੱਤਰ ਦੇ ਨਾਲ ਪਿਆਰ ਕਰਦਾ ਤੇ ਉਹਨੂੰ ਹੀ ਉਹ ਝਿੜਕਾਂ ਦਿੰਦਾ ਤੇ ਉਹਨੂੰ ਹੀ ਡਾਂਟ ਦਿੰਦਾ ਤੇ ਉਹਨੂੰ ਉਹ ਕੀ ਕਿਸ ਲਈ ਦਿੰਦਾ, ਉਹਦੀ ਤਰੱਕੀ ਕਰਨ ਵਾਸਤੇ। ਸੋ ਇਸ ਕਰਕੇ ਬਿਲਕੁਲ ਨਾ ਘਬਰਾਇਓ ਕਿਸ ਗੱਲ ਤੋਂ ਕਿ ਪਰਮਾਤਮਾ ਜੇ ਸਾਨੂੰ ਕੋਈ ਡਾਂਟ ਰਿਹਾ, ਅਸੀਂ ਕਿਸੇ ਮੁਸ਼ਕਲ 'ਚ ਹਾਂ ਤੇ ਇਹ ਮਤ ਸੋਚਣਾ ਕਿ ਪ੍ਰਭੂ ਮੈਨੂੰ ਨਹੀਂ ਮੰਨਦੇ, ਮੈਨੂੰ ਸਿੱਖਿਆ ਨਹੀਂ ਦੇ ਰਹੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਨੇ ਉਹ ਸਾਨੂੰ ਸਿੱਖਿਆ ਦੇ ਦਿੰਦੀ। ਜਿਹੜਾ ਬੁਰਾ ਦਿਨ ਆ ਉਹ ਵੀ ਸਾਨੂੰ ਸਬਜੈਕਟ ਦੇ ਕੇ ਜਾਂਦਾ, ਜਿਹੜਾ ਬਹੁਤ ਬੁਰਾ ਦਿਨ ਆ ਉਹ ਸਾਨੂੰ ਐਕਸਪੀਰੀਅੰਸ ਗੁੱਡ ਦੇ ਕੇ ਜਾਂਦਾ, ਯਾਦਾਂ ਦੇ ਕੇ ਜਾਂਦੇ, ਗਾਂ ਹੀ ਗਲਤੀ ਨਹੀਂ ਕਰਦੇ। ਚੰਗੇ ਦਿਨ ਹੁੰਦੇ ਨੇ ਉਦੋਂ ਪਰਮਾਤਮਾ ਹੀ ਸਾਨੂੰ ਆਰਾਧਨਾ ਕਰਨੀ ਚਾਹੀਦੀ, ਉਹਦੇ ਵਿੱਚ ਵਧਣਾ ਚਾਹੀਦਾ। ਸੋ ਇਸ ਕਰਕੇ ਡਰਨਾ ਨਹੀਂ, ਪ੍ਰਭੂ ਸਾਨੂੰ ਡਾਂਟੇਗਾ ਜਦੋਂ ਅਸੀਂ ਇਸ ਰਸਤੇ ਦੇ ਉੱਤੇ ਚੱਲਾਂਗੇ। ਸੋ ਕਥਨੀ ਔਰ ਕਰਨੀ, ਇਹਦੇ ਵਿੱਚ ਜਿਸ ਤਰ੍ਹਾਂ ਆਮ ਲੋਕਾਂ ਦੀ ਕਹਾਵਤ ਕੀ ਆ ਕਿ ਜਿਸ ਤਰ੍ਹਾਂ ਮੈਂ ਵੀ ਸਮਝ ਲਓ, ਸਭ ਤੋਂ ਵੱਡੀ ਗੱਲ ਕੀ ਕਿ ਮੈਂ ਅਜੇ ਵੀ ਗਲਤੀ ਕਰ ਜਾਂਦਾ ਤੇ ਮੂੰਹ ਤੋਂ ਕੁਛ ਕਹਿਣਾ, ਤੁਹਾਨੂੰ ਵੀ ਕਹਿ ਰਿਹਾ ਹੋਊਗਾ ਕਿ ਕਿਸੇ ਵੇਲੇ, ਪਰ ਕਿਸੇ ਵੇਲੇ ਮੈਂ ਆਪਣੇ ਘਰ ਦੇ ਵਿੱਚ ਬੈਠਾ ਗਲਤੀ ਵੀ ਕਰ ਜਾਊਂਗਾ। ਕਥਨੀ ਤੇ ਕਰਨੀ ਦੇ ਵਿੱਚ ਜਿਹੜਾ ਫਰਕ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਵੀ ਤੇ ਸਿੱਖ ਰਿਹਾ। ਸਾਰੀ ਉਮਰ ਪਰਮਾਤਮਾ ਸਾਨੂੰ ਕੀ ਦਿੰਦਾ, ਸਿੱਖਿਆ ਹੀ ਦਿੰਦਾ, ਤਾਂ ਅਸੀਂ ਸਾਰੀ ਉਮਰ ਟਿਲ ਡੈਥ ਸਿੱਖਦੇ ਹੀ ਰਹਿੰਦੇ ਹਾਂ। ਸੋ ਇਸ ਕਰਕੇ ਇਹਨੂੰ ਗੱਲ ਨੋਟ ਕਰਿਓ ਕੀ ਆ, ਬੜੀ ਸੋਹਣੀ ਉਹਨਾਂ ਨੇ ਸਾਨੂੰ ਦਿੱਤੀ। ਮੈਂ ਪਹਿਲਾਂ ਇਹ ਪੜ੍ਹ ਲਵਾਂ ਤੇ ਫਿਰ ਤੁਹਾਨੂੰ ਇਹਦੇ ਬਾਰੇ ਮੈਂ ਗੱਲ ਸੁਣਾਉਣਾ ਕਿ ਕੀ ਆ। ਜੋ ਲੋग मुझे प्रभु प्रभु कहकर पुकारते हैं उनमें सब के सब स्वर्ग राज्य में प्रवेश नहीं करेंगे। जो मेरे स्वर्गीय पिता की इच्छा पूरी नहीं करता वो तो बिल्कुल ही प्रवेश नहीं करेंगे। जो मेरे स्वर्गीय पिता की इच्छा पूरी करता है वही स्वर्ग राज्य में प्रवेश करेगा। उस दिन बहुत से लोग मुझसे कहेंगे, प्रभु प्रभु क्या हमने आपके नाम से नबूवत नहीं की, आपके नाम से भूतों को नहीं निकाला, आपके नाम से सामर्थ और अनेक कार्य नहीं किए? तब मैं उन्हें साफ साफ बता दूंगा कि मैंने तुम लोगों को कभी जाना नहीं, कि कर्मियों मुझसे दूर रहो। सो ये चीज़ जिहड़ी आ उन्हें बड़े प्यार नाल समझाती आ कि ये काम नहीं करना। लास्ट विच पक्की और कच्ची नीम कि किस जगह ते सानू जिहड़ी आ नीम अपनी रखनी चाहिए। हुण यही आ कि असी जदों बण जाने तो किन्ने स्ट्रोंग सानू रहना चाहिए। जो मेरी ये बातें सुनता है और उन पर चलता है वह उस समझदार मनुष्य के सदृश है जिसने चट्टान पर घर बनाया। पानी बरसा, नदियां में बाढ़ आई, आंधियां चली, वेग पूर्वक उस घर से टकराई, तब भी ये घर नहीं ढहा क्योंकि उसकी नींव चट्टान पर डाली गई थी। जो मेरी बातों को सुनता है किंतु उन पर नहीं चलता वह उस मूर्ख के सदृश है जिसने बालू पर अपना घर बनाया। पानी बरसा, नदियों में बाढ़ आई, आंधियां चली और उस घर से टकराई, वह घर ढह गया और उसका सर्वनाश हो गया।
जब यीशु ने अपने ये उपदेश समाप्त किया तब जन समूह उनकी शिक्षा सुनकर आश्चर्यजनक चकित हो गए, क्योंकि यीशु उनसे शास्त्रियों की तरह नहीं बल्कि अधिकार के साथ उनके शिक्षा देता था। ਭੈਣੋ ਤੇ ਭਰਾਵੋ, ਅੱਜ ਬਹੁਤ ਸੋਹਣੀਆਂ ਸਿੱਖਿਆ ਹੀ ਪ੍ਰਾਪਤ ਕੀਤੀਆਂ। ਹੁਣ ਮੈਂ ਸਾਰਿਆਂ ਭੈਣ ਭਰਾਵਾਂ ਦੀ ਪ੍ਰਭੂ ਯੀਸ਼ੂ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦਾ, ਪ੍ਰਭੂ ਯੀਸ਼ੂ ਮੇਰੇ ਸਾਰੇ ਸੁਣਨੇ ਵਾਲੇ ਭੈਣ ਭਰਾਵਾਂ ਨੂੰ ਸੁੱਖ ਸ਼ਾਂਤੀ ਸਮਰਿੱਧੀ ਧਨਵਰਿੱਧੀ ਤੇ ਤੰਦਰੁਸਤੀ ਦਿਓ। ਪ੍ਰਭੂ ਜੀ, ਇਹਨਾਂ ਦੇ ਹਿਰਦਿਆਂ ਦੇ ਵਿੱਚ ਜੋ ਕੁਝ ਵੀ ਇਹ ਮੰਗਦੇ ਨੇ ਸਾਇਲੈਂਟਲੀ, ਉਹ ਤੁਸੀਂ ਸਭ ਕੁਝ ਜਾਣਦੇ ਜੋ, ਪ੍ਰਭੂ ਜੀ ਪੂਰਾ ਕਰੋ। ਅਸੀਂ ਇਹ ਸਾਰੀਆਂ ਪ੍ਰਾਰਥਨਾ ਪ੍ਰਭੂ ਯੀਸ਼ੂ ਦੇ ਨਾਂ 'ਚ ਮੰਗਦੇ ਹਾਂ, आमेन। हे स्वर्गीय पिता, जैसे आपकी इच्छा स्वर्ग में पूरी होती और धरती पर भी हो, आपका राज आए, हमें दिन भर की रोटी दिया करे। आप ही हमारे जीवन की रोटी और बल हो। जैसे हम अपने अपराधियों को क्षमा करते हैं, आप भी हमारे अपराधों को क्षमा कीजिए। किसी परीक्षा में मत डालिए, सब बुराइयों से बचा के रखे। जिस सारा जलाल और पराक्रम हमेशा हमेशा के लिए आपका है। इन द नेम ऑफ द फादर, सन एंड होली स्पिरिट, आमेन। God bless you, my sister and brother. God is peace with you. Thank you, thank you, thank you.